ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ, ਸਾਡੇ ਤ੍ਰੈਮਣ ਦੇਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਬੱਤ ਅਸੂਣੀ ਬੰਨ, ਮਲਕਤ ਮੌਤ ਜਾਂ ਆਪਸੀ ਸਭ ਦਰਵਾਜੇ ਭੰਨ, ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਸੁਧਰ ਗਿਆ ਇਹ ਕੰਮ। ਭਾਵ ਕਿ ਜਿਹੜੀ ਮੌਤ ਹੈਗੀ ਆ, ਇਹ ਸਭ ਤੋਂ ਜ਼ਿਆਦਾ ਬਲਵਾਨ ਹੈ। ਔਰ ਆਦਮੀ ਕੋਈ ਵੀ ਹੋਵੇ, ਉਹ ਆਪਣੇ ਆਪ ਨੂੰ ਮੌਤ ਤੋਂ ਜਿੰਨਾ ਮਰਜ਼ੀ ਛੁਪਾ ਕੇ ਰੱਖੇ, ਦੂਰ ਕਰਨ ਦਾ ਯਤਨ ਕਰੇ, ਪਰ ਮੌਤ ਉਹਦੇ ਤੱਕ ਪਹੁੰਚ ਹੀ ਜਾਂਦੀ ਆ। ਇਹ ਤਾਂ ਆਪਾਂ ਸ਼ੁਰੂ ਤੋਂ ਹੀ ਦੇਖਿਆ ਹੈ ਕਿ ਚਾਹੇ ਉਹ ਹਰਨਾਕਸ਼ ਹੋਇਆ, ਚਾਹੇ ਰਾਵਣ, ਚਾਹੇ ਕੰਸ ਹੋਇਆ, ਸਾਰਿਆਂ ਨੇ ਜ਼ੋਰ ਲਾਇਆ ਆਪਣੇ ਜੀਵਨ ਦੇ ਵਿੱਚ ਕਿ ਮੌਤ ਉਹਨਾਂ ਤੱਕ ਨਾ ਪਹੁੰਚੇ, ਪਰ ਫਿਰ ਵੀ ਮੌਤ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਦੇ ਕੋਲ ਪਹੁੰਚ ਹੀ ਜਾਂਦੀ ਆ। ਪਰ ਦੇਖੋ, ਜਿਹੜੇ ਗੁਰਮੁਖ ਅਭਿਆਸੀ ਆ ਨਾ, ਜਿਹੜੇ ਸੱਚ ਦੇ ਨਾਲ ਜੁੜਿਓ ਆ, ਸੱਚ ਦੇ ਉੱਤੇ ਪਹਿਰਾ ਦਿੰਦੇ ਆ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਸੱਚ ਕਮਾਇਆ ਹੈ, ਇਹ ਜਿਹੜੀ ਮੌਤ ਦੂਸਰਿਆਂ ਦੇ ਉੱਤੇ ਆਪਣਾ ਜ਼ੋਰ ਪਾਉਂਦੀ, ਆਪਣੀ ਪਾਵਰ ਦਿਖਾਲਦੀ, ਆਪਣੀ ਸ਼ਕਤੀ ਦਿਖਾਲਦੀ ਆ। ਸੋ ਇਹ ਜਿਹੜੇ ਗੁਰਮੁਖ ਸੱਚੇ ਸੁੱਚੇ ਨਾਮ ਅਭਿਆਸੀ ਹੁੰਦੇ ਆ, ਉਹਨਾਂ ਦੇ ਮੂਹਰੇ ਹੱਥ ਜੋੜ ਕੇ ਖੜ ਜਾਂਦੀ ਆ। ਔਰ ਦੂਸਰੀ ਗੱਲ ਇਹ ਆ ਕਿ ਇਹ ਮੌਤ ਉਹਨਾਂ ਦੀ ਆਗਿਆਕਾਰੀ ਹੋ ਜਾਂਦੀ ਆ। ਅਗਰ ਉਹ ਚਾਹੁਣ ਤਾਂ ਇਸ ਮੌਤ ਨੂੰ ਆਪਣੀ ਮਰਜ਼ੀ ਦੇ ਅਨੁਸਾਰ ਟਾਲ ਵੀ ਸਕਦੇ ਆ, ਕਿਉਂਕਿ ਉਹਨਾਂ ਦੇ ਅੰਦਰ ਐਸੀ ਪਰਮੇਸ਼ਰ ਦੀ ਕਲਾ ਆ ਜਾਂਦੀ ਆ। ਸੋ ਇਹੋ ਜਿਹੇ ਜਿਹੜੇ ਪੁਰਖ ਹੁੰਦੇ ਆ, ਦੁਨੀਆ ਦੇ ਵਿੱਚ ਬਹੁਤ ਬਿਰਲੇ ਹੁੰਦੇ ਆ, ਜਿਹੜੇ ਮੌਤ ਨੂੰ ਆਪਣੇ ਹਿਸਾਬ ਦੇ ਨਾਲ ਢਾਲ ਸਕਦੇ ਆ। ਸੋ ਦਾਸ ਅੱਜ ਇਸੇ ਹੀ ਸੰਬੰਧ ਦੇ ਵਿੱਚ ਇੱਕ ਐਸੇ ਗੁਰਮੁਖ ਅਭਿਆਸੀ ਸੱਜਣ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਕੇਵਲ ਤੇ ਕੇਵਲ ਨਿਰੋਲ ਸੱਚ ਕਮਾਇਆ। ਕਿਵੇਂ ਆਖਰ ਦੇ ਵਿੱਚ ਜਦ ਉਹਨਾਂ ਦਾ ਅੰਤ ਸਮਾਂ ਆਇਆ ਸੀਗਾ, ਉਸ ਟਾਈਮ ਜੋ ਦਰਗਾਹ ਦੇ ਵਿੱਚੋਂ ਦੂਤ ਆਏ ਸੀ, ਕਿਵੇਂ ਉਹਨਾਂ ਨੇ ਦੂਤਾਂ ਨੂੰ ਕਹਿ ਕੇ ਆਪਣੀ ਮੌਤ ਜਿਹੜੀ ਸੀਗੀ ਉਹ 5-7 ਦਿਨ ਵਾਸਤੇ ਅੱਗੇ ਪਾ ਦਿੱਤੀ ਸੀ। ਇਹ ਇੱਕ ਬੜੀ ਜਿਹੜੀ ਵਿਚਿੱਤਰ ਘਟਨਾ ਹੈ, ਜਿਹੜੀ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਨ ਲੱਗਾ ਹੈ। ਦੇਖੋ, ਇੱਕ ਸੱਜਣ ਦੱਸਦੇ ਸੀਗੇ ਕਿ ਉਹਨਾਂ ਦੇ ਜਿਹੜੇ ਦਾਦਾ ਜੀ ਸੀਗੇ, ਉਹ ਬਹੁਤ ਨੇਕ ਸੁਭਾਅ ਦੇ ਸੀਗੇ, ਔਰ ਇੰਨੇ ਨੇਕ ਸੁਭਾਅ ਦੇ ਸੀਗੇ ਕਿ ਉਹ ਪਖੰਡ ਨੂੰ ਬਹੁਤ ਜ਼ਿਆਦਾ ਘਿਰਣਾ ਕਰਦੇ ਹੁੰਦੇ ਸੀ। ਇੱਥੋਂ ਤੱਕ ਕਹਿੰਦੇ ਹੁੰਦੇ ਸੀ ਕਿ ਜਿਹੜੀ ਮੂਰਤੀ ਪੂਜਾ ਕਰਨੀ ਆ, ਇਹ ਬਿਲਕੁਲ ਇਨਸਾਨ ਦੀ ਬੁੱਧੀ ਦੇ ਉਲਟ ਹੈਗੀ, ਬਹੁਤ ਬਰਜਤ ਹੈਗੀ ਆ। ਅਗਰ ਨਿਰੰਕਾਰ ਦੀ ਸੇਵਾ ਕਰਨੀ, ਪਰਮੇਸ਼ਰ ਦੀ ਸੇਵਾ ਕਰਨੀ ਹੈ, ਤਾਂ ਵਾਹਿਗੁਰੂ ਦੀ ਸੇਵਾ ਦੁਨੀਆ ਦੀ ਲਕਾਈ ਦੇ ਵਿੱਚ ਹੈ। ਇਸ ਕਰਕੇ ਸੱਜਣ ਦੱਸਦੇ ਸੀਗੇ ਕਿ ਸਾਡੇ ਜਿਹੜੇ ਦਾਦਾ ਸੀ, ਜਦ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਹੁੰਦੇ ਸੀ, ਸਵੇਰੇ ਸਵੇਰੇ ਕਹਿੰਦੇ ਵੀ ਪਰਮੇਸ਼ਰ ਦਾ ਇਸ਼ਨਾਨ ਕਰਕੇ ਨਾਮ ਜਪਦੇ ਹੁੰਦੇ ਸੀ। ਫਿਰ ਨਾਮ ਜਪਣ ਤੋਂ ਬਾਅਦ ਉਹ ਕਹਿੰਦੇ ਫਿਰ ਜਦ ਬਾਹਰ ਨਿਕਲਦੇ ਹੁੰਦੇ ਸੀ, ਉਹਨਾਂ ਦੇ ਹੱਥ ਦੇ ਵਿੱਚ ਝਾੜੂ ਹੁੰਦਾ ਸੀਗਾ, ਅਤੇ ਕਹਿੰਦੇ ਵੀ ਸਾਡੇ ਘਰ ਦੇ ਅੱਗੇ ਇੱਕ ਬੀਹੀ ਹੁੰਦੀ ਸੀ, ਇੱਕ ਰਸਤਾ ਹੁੰਦਾ ਸੀਗਾ, ਉਸ ਰਸਤੇ ਦੇ ਵਿੱਚ ਉਹ ਝਾੜੂ ਮਾਰਦੇ ਹੁੰਦੇ ਸੀ, ਤਾਂ ਜੋ ਆਉਣ ਵਾਲੇ ਕੋਈ ਵੀ ਜਿਹੜੇ ਮੁਸਾਫਰ ਪਿੰਡ ਦੇ ਲੰਘਣ ਅਤੇ ਉਹ ਇਸ ਸਫਾਈ ਦੇ ਵਿੱਚ ਹੋ ਕੇ ਗੁਜ਼ਰਨ। ਸੋ ਇਹ ਜਿਹੜੇ ਸੀ ਉਹਨਾਂ ਦੇ ਧਰਮ ਦੀ ਇੱਕ ਕਿਰਿਆ ਸੀ, ਜਿਸ ਸਫਾਈ ਨੂੰ ਉਹਨਾਂ ਨੇ ਆਪਣੇ ਧਰਮ ਦੇ ਨਾਲ ਜੋੜਿਆ ਹੁੰਦਾ ਸੀ। ਸੋ ਅਗਲੀ ਗੱਲ ਇਹ ਸੀ ਕਿ ਉਹਨਾਂ ਨੇ ਜੀਵਨ ਦੇ ਵਿੱਚ ਕਦੀ ਝੂਠ ਨਹੀਂ ਸੀ ਬੋਲਿਆ। ਸੋ ਸੱਜਣ ਦੱਸਦੇ ਸੀਗੇ ਕਿ ਉਹ ਜਦ ਵੀ ਬੋਲਦੇ ਸੀ, ਸੱਚ ਦੇ ਉੱਤੇ ਪੂਰਾ ਦ੍ਰਿੜਤਾ ਦੇ ਨਾਲ ਪਹਿਰਾ ਦਿੰਦੇ ਹੁੰਦੇ ਸੀ। ਹਰੇਕ ਗੱਲ ਨੂੰ ਉਹ ਸੱਚ ਦੇ ਆਧਾਰ ਦੇ ਉੱਤੇ ਪਰਖਦੇ ਹੁੰਦੇ ਸੀ। ਜਿਉਂ ਕਹਿ ਲਓ, ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੇ ਇੱਕ ਸੁਬਿਨ ਕੋਈ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਉਹਨਾਂ ਦੇ ਅੰਦਰ ਵੀ ਐਸੇ ਬ੍ਰਹਮ ਗਿਆਨੀਆਂ ਦੇ ਲੱਛਣ ਜਿਹੜੇ ਝਲਕਦੇ ਸੀਗੇ, ਕਿਉਂਕਿ ਉਹਨਾਂ ਦਾ ਮਨ ਵੀ ਸੱਚਾ ਸੀਗਾ ਅਤੇ ਮੁੱਖ ਵੀ ਸੱਚਾ ਸੀਗਾ। ਜੋ ਕਹਿੰਦੇ ਹੁੰਦੇ ਸੀ ਉਹ ਬਿਲਕੁਲ ਸੱਚ ਨੂੰ ਤੋਲ ਕੇ ਆਖਦੇ ਹੁੰਦੇ ਸੀ। ਸੋ ਸੱਜਣ ਦੱਸਦੇ ਆ ਕਿ ਇੱਕ ਵਾਰ ਜਦ ਉਹਨਾਂ ਦਾ ਅੰਤ ਸਮਾਂ ਆਇਆ ਸੀ, ਤਾਂ ਮੈਂ ਕੇਵਲ ਅਤੇ ਕੇਵਲ ਆਪਣੇ ਦਾਦਾ ਜੀ ਦੇ ਪਾਸ ਜਿਹੜਾ ਸੀਗਾ, ਉਹਨਾਂ ਟਾਈਮਾਂ ਦੇ ਵਿੱਚ ਸੌਂਦਾ ਹੁੰਦਾ ਸੀਗਾ। ਕਹਿੰਦੇ ਵੀ ਇੱਕ ਵਾਰ ਕੀ ਹੋਇਆ, ਜਦ ਦਾਦਾ ਜੀ ਜਿਹੜੇ ਸੀ ਉਹ ਸਵੇਰੇ ਉੱਠਦੇ ਸਾਰ ਕਹਿੰਦੇ ਵੀ ਮੈਨੂੰ ਆਵਾਜ਼ ਮਾਰੀ। ਜਦ ਆਵਾਜ਼ ਮਾਰੀ, ਮੈਨੂੰ ਕਹਿਣ ਲੱਗੇ, ਕਹਿੰਦੇ ਉਰੇ ਆ। ਕਹਿੰਦੇ ਵੀ ਜਦੋਂ ਮੈਂ ਉਹਨਾਂ ਦੇ ਪਾਸ ਗਿਆ, ਮੈਨੂੰ ਕਹਿਣ ਲੱਗੇ ਇੱਦਾਂ ਕਰ, ਦੌੜ ਕੇ ਜਾ ਕੇ 4 ਕੁਰਸੀਆਂ ਲੈ ਕੇ ਆ। ਕਹਿੰਦੇ ਮੈਂ ਹੈਰਾਨ ਹੋ ਗਿਆ, ਅੱਜ ਤਾਂ ਅੰਮ੍ਰਿਤ ਵੇਲਾ ਹੈ, 4 ਵਜੇ ਆ, ਅਤੇ ਦਾਦਾ ਜੀ ਨੇ ਕੁਰਸੀਆਂ ਕੀ ਕਰਨੀਆਂ। ਕਹਿੰਦੇ ਮੈਂ ਉਹਨਾਂ ਦੇ ਚਿਹਰੇ ਵੱਲ ਬੜੀ ਹੈਰਾਨੀ ਦੇ ਨਾਲ ਦੇਖਦਾ ਰਿਹਾ, ਪਰ ਦਾਦਾ ਜੀ ਮੈਨੂੰ ਕਹਿੰਦੇ ਥੋੜ੍ਹਾ ਜਿਹਾ ਦਬਕ ਕੇ ਕਹਿਣ ਲੱਗੇ, ਕਹਿੰਦੇ ਤੂੰ ਮੇਰੇ ਵੱਲ ਕੀ ਦੇਖਦਾ ਹੈਗਾ, ਦੌੜ ਕੇ ਜਾ ਕੇ 4 ਕੁਰਸੀਆਂ ਲੈ ਕੇ ਆ। ਕਹਿੰਦੇ ਮੈਂ ਹੈਰਾਨ ਹੋ ਗਿਆ ਕਿ ਅੱਜ ਦਾਦਾ ਜੀ ਨੂੰ ਸਵੇਰੇ ਸਵੇਰੇ ਕੀ ਹੋ ਗਿਆ।
खैर कहते मैं अपने कमरे 'च गया, उत्थों 2 कुर्सियां लिआंदियां ते 2 कुर्सियां लै के कहते रखियां ते कहते फिर मैनूं कहते इदां कर दौड़ के 2 कुर्सियां होर लैके आ। कहते फिर मैं दौड़ के 2 कुर्सियां होर लिआंदियां ते फिर कहते भी मैं वो कुर्सियां जद पूरी तरह टकातियां ते फिर कहते मेरे दादा जी जिहड़े सीगे वो कुर्सियां वाल इशारा करके कहते उन्हां नूं कहण लगे दूतां नूं भी भाई आओ जी आया नूं, तुसीं पहिलां इत्थे है ना कुर्सियां दे उत्ते बैठो आराम दे नाल। जद कहते इन्नी गल होई तो फिर सज्जन कहण लगे मैं बड़ा हैरान हो गया बई ये कौन आ जिहड़े कुर्सियां दे उत्ते 4 वजे सवेरे सवेरे बैठण वास्ते दादा जी कह रहे आ। पर कहते मैनू इस तरह प्रतीत हो कि मैनू कुछ दिखाई नहीं दे रहा है, कुर्सियां तो खाली पईआं ते किहनूं बैठण वास्ते कह रहे आ। फिर उस दिन दसदे सीगे कि मेरे मन की शंका निवृत्त करने वास्ते एक ऐसा घटनाक्रम होया कि मैं इस तरह प्रतीत किया कि जिमें एक बिजली की लश्क वर्गी जिहड़ी सी वो रोशनी एक कुर्सी दे विचों कहंदे यकदम चमकी। जब चमकी कहंदे उस ही चमक ने मेरे अंदर जिहड़े सी आनंद दे लूह खड़े कर दिते ते मैनूं इस तरह प्रतीत होया कि जिमें 3 कुर्सियां नूं छड्ड के चौथी कुर्सी दे उत्ते इन्हां 3 कुर्सियां दा जिहड़ा मुखिया बैठा होवे। कहंदे उस तो बाद फिर मेरे दादा जी ने उन्हां दे नाल गलबात कीती। गलबात कहण लगे कि मैं काफ़ी देर दा तुहानूं उड़ीक रिहा सीगा, सो शुक्र है कि तुसीं मेरे पास आए आ। पर कहंदे भी दरअसल गल ये आ मेरा एक नेम आ कि जद हरेक साल दिवाली आउंदी है मैं दिवाली दे उत्ते पूजा पाठ करदा हुंदा है। सो हुण जिहड़ी दिवाली आ उस आउण दे विच अजे 5 दिन बाकी आ ते ये दिवाली जिहड़ी आ रही है ये मंगलवार नूं आ रही आ ते इस करके मेरा जिहड़ा मन का निश्चय हैगा कि इस दिवाली दे उत्ते मैं पूरा दिन पूजा पाठ करां। सो जदों मेरा पूजा पाठ इस दिवाली दे उत्ते पूरी तरह संपन्न हो जाऊगा तो फिर ही मैं संसार छड्ड के आप जी ना जावां। इस करके तुसीं मैनूं इस दिवाली तक मैनूं इत्थे पूजा करन दी इजाज़त देवो तो इस करके तुसीं मंगलवार की दिवाली आ तो तुसीं है ना बुधवार नूं आ जाओ तो मैं बुधवार नूं आप जी दे नाल पूरी तरह तैयार होकर बैठा होवांगा। जद कहंदे भी इस तरह की गल की मेरे दादा जी ने सज्जन कहण लगे कि मैं कोल ही खड़ा सीगा, मैं हैरान सीगा कि खाली कुर्सियां दे नाल ही गल्लां किवें कर रहे आ कि मंगलवार की दिवाली है तुसीं बुधवार नूं आ जाना, बुधवार नूं तुसीं जदों आओगे तो मैं बिल्कुल तैयार होऊंगा तो फिर मैं तुहाडे नाल जाऊँगा। उस तो बाद कहंदे भी मेरे मन दे विच कुछ ठण गया भी जरूर कोई ना कोई गल है। मेरे दादा जी इस तरह कदी जिंदगी च बोले नहीं किसी दे नाल, पर अज किवें किसी दे नाल गल कर रहे आ। उस तो बाद कहंदे फिर मेरे जिहड़े दादा सी चुप कर गए। जद कहंदे चुप कर गए तो मेरे मन दे विच ठण के भी कोई ना कोई गलबात जरूर हैगी। फिर कहंदे मैं अपने दादा जी ने पूछा भी दादा जी तुसीं किहदे नाल गल करदे कुर्सियां ते। जद इन्नी गल होई तो कहंदे दादा जी ने मेरे हाल देख के हस के कहण लगे कहंदे भाई छड्ड तैं की लेना, इस तरह कर ये कुर्सियां चक के फिर उस कमरे च रख दे। कहंदे मैं फिर कुर्सियां चक्कियां, कुर्सियां चक के दूसरे कमरे च रख दित्तियां। पर मैनूं इस तरह प्रतीत होया भी जिवें दादा जी का कोई अंत समा आया होवे, कोई ना कोई जिहड़े आ वो दूत मेरे दादा जी नूं लैण वास्ते आए होण। पर कहंदे फिर मेरे मन 'च आया कि दादा जी तो बिल्कुल इस तरह गल कर रहे आ कि जिमें वो दूत जिहड़े आ दादा जी दे पास परौणे बन के आए होण। खैर कहंदे उस तो बाद फिर मन दे विच इस तरह का कोई ज़्यादा इस गल का जोर नहीं पिया कि मैं ये गल बाकी अपने घरदिआं नाल सांझी करां। खैर कहंदे मंगलवार की दिवाली आई तो कहंदे बड़ी असीं धूम धाम नाल दिवाली मनाई तो दादा जी ने सवेरे अमृत वेले इशनान करके पूरा दिन मंगलवार कहंदे पूजा पाठ किया। जद पूजा पाठ किया उस तो बाद कहंदे फिर कहंदे दिवाली ते रात नूं मैनूं अपने पास बुलाया। जद कहंदे अपने पास बुला के मैनूं कहण लगे कहंदे बेटा भी तैं मेरी जिंदगी 'च बड़ी सेवा की आ, शाबाश तेरे, तू बहुत नेक नीयत दे नाल मेरी सेवा की आ। पर तू हुण एक मेरा काम होर कर, वो ये करके अपने पिता जी नूं जिहड़ा है वो फ़ोन कर दे, फ़ोन करके अपने पिता जी नूं ये दस दे कि तू घट्टो घट्ट 14-15 दिन की छुट्टी लैके वापस जिहड़ा हैगा वो इत्थे रुक जा है। कहंदे इन्नी गल होई तो मैं कहंदे अपने दादा जी नूं कहा, मैं कहा दादा जी भी इस तरह तुसीं क्यों कर रहे हैं। कहंदे नहीं, जदों तू अपने पिता जी नूं कहूँगा तो तेरे पिता जी आपे समझ जाणगे। कहंदे उस तो बाद उही गल होई जदों मैं अपने पिता जी नूं दस्सिया कि अज दादा जी जिहड़े आ ओह मैनूं कह रहे आ कि तुसीं 15 दिन की छुट्टी लै लो तो घर विच रहो क्योंकि घर दे विच बड़ा जरूरी काम आ। कहंदे इन्नी गल होई तो मेरे पिता जी जिहड़े सीगे ये गल सुण के बड़े अचरज जे रह गए। फिर मन 'च सोचण लग पए कि मेरे
ਦਾਦਾ ਜੀ ਨੇ ਤੈਨੂੰ ਹੀ ਕਿਉਂ ਇਹ ਗੱਲ ਆਖੀ ਆ, ਮੈਨੂੰ ਕਿਉਂ ਨਹੀਂ ਆਖੀ। ਪਰ ਫਿਰ ਕਹਿੰਦੇ ਮੈਂ ਮਨ 'ਚ ਸੋਚਿਆ, ਇਹਦੇ ਪਿਤਾ ਜੀ ਕਹਿਣ ਲੱਗੇ ਕਿ ਇਹ ਆਖਰੀ ਸਮਾਂ ਦਾਦਾ ਜੀ ਦਾ ਹੈਗਾ, ਹੋ ਸਕਦਾ ਦਾਦਾ ਜੀ ਨਾ ਛੁੱਟੀਆਂ ਦੇ ਵਿੱਚ ਭਾਣਾ ਵਰਤਾ ਜਾਣ। ਪਰ ਕਹਿੰਦੇ ਵੀ ਉਹ ਜਿਹੜੀ ਮੰਗਲਵਾਰ ਦੀ ਦੀਵਾਲੀ ਸੀ, ਬੁੱਧਵਾਰ ਨੂੰ ਜਾਣਾ ਸੀਗਾ, ਜਿਹੜਾ ਮੇਰੇ ਦਾਦਾ ਜੀ ਨੇ ਉਹਨਾਂ ਦੂਤਾਂ ਦੇ ਨਾਲ ਇਕਰਾਰ ਕੀਤਾ ਸੀਗਾ। ਕਹਿੰਦੇ ਬਿਲਕੁਲ ਉਹੀ ਟਾਈਮ ਹੋਇਆ ਜਦ ਕਹਿੰਦੇ ਬੁੱਧਵਾਰ ਦਿਨ ਚੜ੍ਹਿਆ ਅਤੇ 4 ਵਜੇ ਕਹਿੰਦੇ ਮੇਰੇ ਦਾਦਾ ਜੀ ਉੱਠੇ, ਉੱਠ ਕੇ ਇਸ਼ਨਾਨ ਪਾਣੀ ਕੀਤਾ। ਫਿਰ ਕਹਿੰਦੇ ਉਹਨਾਂ ਨੇ ਆਪਣੇ ਨੇਮ ਦੇ ਨਾਲ ਫਿਰ ਪੂਜਾ ਪਾਠ ਕੀਤਾ। ਪੂਜਾ ਪਾਠ ਕਰਨ ਤੋਂ ਬਾਅਦ ਫਿਰ ਕਹਿੰਦੇ ਸਾਨੂੰ ਆਪਣੇ ਪਾਸ ਬੁਲਾਇਆ, ਕਹਿਣ ਲੱਗੇ ਚੰਗਾ ਬਾਈ ਹੁਣ ਸਾਡੇ ਫਿਰ ਪ੍ਰਾਹੁਣੇ ਆ ਗਏ ਆ। ਫਿਰ ਕਹਿੰਦੇ ਮੈਨੂੰ ਕਹਿਣ ਲੱਗੇ ਇਸ ਤਰ੍ਹਾਂ ਕਰੋ, ਫਿਰ 4 ਕੁਰਸੀਆਂ ਲਿਆਵੋ। ਕਹਿੰਦੇ 4 ਕੁਰਸੀਆਂ ਲਿਆਂਦੀਆਂ, ਕੁਰਸੀਆਂ 'ਤੇ ਕਹਿੰਦੇ ਉਹਨਾਂ ਨੂੰ ਬਿਠਾ ਕੇ ਕਹਿੰਦੇ ਬੜੇ ਨੇਮ ਦੇ ਨਾਲ ਉਹਨਾਂ ਨੂੰ ਆਖਣ ਲੱਗੇ ਵੀ ਠੀਕ ਆ, ਹੁਣ ਮੈਂ ਆਪ ਜੀ ਦੇ ਨਾਲ ਜਾਣ ਵਾਸਤੇ ਪੂਰੀ ਤਰ੍ਹਾਂ ਤਿਆਰ ਹਾਂ। ਅਤੇ ਕਹਿੰਦੇ ਵੀ ਸਾਨੂੰ ਫਿਰ ਕਹਿਣ ਲੱਗੇ ਚੰਗਾ ਭਾਈ, ਜ਼ਿੰਦਗੀ ਦੇ ਵਿੱਚ ਅਗਰ ਕਿਸੇ ਗੱਲ ਦੀ ਕੋਈ ਘਾਟ ਜਾਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਅਤੇ ਤੁਸੀਂ ਆਪਣੇ ਦਾਦਾ ਜੀ ਨੂੰ ਮਾफ़ ਕਰ ਦਿਓ। ਉਸ ਤੋਂ ਬਾਅਦ ਕਹਿੰਦੇ ਮੇਰੇ ਦਾਦਾ ਜਿਹੜੇ ਸੀਗੇ ਉਹ ਆਪਣਾ 5 ਭੂਤਕ ਸਰੀਰ ਸਹਿਜ ਦੇ ਵਿੱਚ ਹੀ ਛੱਡ ਕੇ ਚਲੇ ਗਏ। ਸੋ ਇਹ ਜਿਹੜੀ ਘਟਨਾ ਹੈਗੀ ਆ ਉਸ ਪਰਿਵਾਰ ਨੇ ਜਦ ਸਾਂਝੀ ਕੀਤੀ ਸੀ ਮਹਾਂਪੁਰਖਾਂ ਦੇ ਨਾਲ, ਤਾਂ ਫਿਰ ਉਹ ਮਹਾਂਪੁਰਖ ਆਖਦੇ ਸੀਗੇ ਕਿ ਇਹੋ ਜਿਹੇ ਜਿਹੜੇ ਚਾਂਦੀ ਆਦਮੀ ਹੁੰਦੇ ਆ ਜਿਨ੍ਹਾਂ ਦਾ ਕਨੈਕਸ਼ਨ ਉੱਚੀਆਂ ਆਤਮਿਕ ਰੂਹਾਨੀਅਤ ਰੂਹਾਂ ਦੇ ਨਾਲ ਹੋ ਜਾਂਦਾ ਹੈ। ਸੋ ਉਹ ਜਿਹੜੇ ਰੂਹਾਨੀ ਪੁਰਖ ਹੁੰਦੇ ਆ, ਉੱਚ ਆਤਮਾ ਹੁੰਦੀਆਂ, ਇਹੋ ਜਿਹੇ ਰੂਹਾਨੀ ਪੁਰਖਾਂ ਨੂੰ ਉਹਨਾਂ ਦੀ ਮਰਜ਼ੀ ਦੇ ਅਨੁਸਾਰ ਹੀ ਫਿਰ ਆਪਣੇ ਬੈਕੁੰਠ ਧਾਮ ਲੈ ਕੇ ਚੱਲਦੀਆਂ ਹੈ। ਪਰ ਇਹੋ ਜਿਹੇ ਸੱਚੇ ਸੁੱਚੇ ਆਦਮੀ ਬਹੁਤ ਘੱਟ ਇਸ ਸੰਸਾਰ ਦੇ ਵਿੱਚ ਨਜ਼ਰ ਆਉਂਦੇ ਆ। ਪਰ ਜਿਹੜੇ ਵੀ ਨਜ਼ਰ ਆਉਂਦੇ ਆ ਉਹਨਾਂ ਨੂੰ ਫਿਰ ਇਹ ਉੱਚੇ ਲੋਕ ਮੰਡਲਾਂ ਦੇ ਵਿੱਚ ਉਹ ਜਿਹੜੀਆਂ ਉੱਚ ਆਤਮਾ ਹੈਗੀਆਂ ਉਹ ਉੱਚੇ ਅਫਸਰ ਅਤੇ ਉੱਚੇ ਟਿਕਾਣੇ ਦੇ ਕੇ ਉਹਨਾਂ ਨੂੰ ਨਿਵਾਜਦੀਆਂ ਹੈਗੀਆਂ। ਸੋ ਦਾਸ ਇੰਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕ ਜੀ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।